ਦੀ ਇਸ ਪੌੜੀ ਦੇ ਅੰਦਰ ਇਹ ਦੱਸਦੇ ਨੇ ਸਭ ਤੋਂ ਵਧੀਆ ਥਾਂ ਕਿਹੜਾ ਦੁਨੀਆ ਤੇ ਜਿੱਥੇ ਰਿਹਾ ਜਾਏ। ਮਹਾਰਾਜ ਜੀ ਕਹਿੰਦੇ ਨੇ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਕਈ ਪ੍ਰਕਾਰ ਦੀਆਂ ਡਿਊਟੀਆਂ ਫਰਜ਼ ਨਿਭਾਉਂਦਾ ਹੈ। इत्थे शब्द है सर्व धर्म मह श्रेष्ठ धर्म। धर्म शब्द के महान कोश के अनुसार कई अर्थ ने, पर इत्थे इस दे सब्जैक्ट के मुताबिक अर्थ लगता है ड्यूटी फर्ज। ऐसे धर्म शब्द का मतलब है जो धारण किया होया है पूरी दुनिया नहीं। जिसने पूरी दुनिया नूं धारण किया होया है उन्होंने धर्म कहते हैं। दुनिया दे विच दो चीज़ां ने, एक संप्रदाय जां पंथ, दूजा धर्म। धर्म सारी दुनिया का एक है, पंथ सारिਆਂ ਦੇ अलग अलग हो सकते हैं। पंथ का काम सिर्फ इन्ना है उन्होंने धर्म ते ही लैके जाना, भाव उसनूं परमेश्वर ते ही लैके जाना। पंथ वक्खो वखरे हो सकते ने, अलग अलग पंथ ने, उन्होंने अलग अलग तरीके ने। हुण दूजी साइड च एक धर्म की गल होर भी आउंदी है साडे देश दे विच ही। इत्थे जिवें एक सूरमे का की धर्म होना चाहिए, सूरमे का की फर्ज है, एक पुत्र का की फर्ज है अपने परिवार के प्रति, उन्होंने भी धर्म कहते हैं, उसकी ड्यूटी। आप शब्द हुण ड्यूटी वरतते हैं, पहला धर्म शब्द वरत्या जाता सी। एक राजनेता का की धर्म है, ये भी धर्म ने। महाराज कहते सारिया ही धर्मां तो, सारिया ही ड्यूटियां तो सब तो उत्तम ड्यूटी किहड़ी है, सब तो वड्डा फर्ज की है मनुख का? सर्व धर्म में है श्रेष्ठ धर्म, हर को नाम जप निर्मल कर्म। ये है सब तो वड्डी मनुख दी इत्थे आया ड्यूटी। बाकी सारियां निभाउणियां ने, पर प्रमुख को नहीं। निभाउणियां सारियां ने पर प्रमुख नहीं हैं। पर यह सब तो प्रमुख है हरि का नाम जपना। ते दूजी गल निर्मल कर्म करने। ये दोवें चीज़ां मनुख वास्ते जरूरी ने। महाराज जी साहब जी अगे कहते ने, क्योंकि गुरु नानक साहब जी महाराज जी दे कोल तोड़ गुरु गोबिंद सिंह जी महाराज ताईं जिन्ने भी जिग्यासू आउंदे रहे, उन्होंने महाराज यही उपदेश करते सन, हरि का जप करो। दूजी गल फिर निर्मल कर्म करो। हुण कर्म ते वक्खो वखरे ने, कर्मां विच फर्क हो सकता है। कई कर्म साडे देश बड़े प्रमुख मन्ने जाते हैं, दूजे देश निखिद्ध भी मन्ने जा सकते हैं। निकृष्ट कर्म भी उन्होंने कहा जा सकता है, जेड़े बिल्कुल लो ने। कई ऐसे कर्म ने, हो सकता है अमेरिका दे विच या दूजे मुल्कां दे विच बड़े महान होण, साडे देश उन्होंने कोई कदर नहीं, ये भी हो सकता है। फिर इत्थे कर्म शब्द का मतलब है उच्चा आचरण बनाना। हरि का नाम जप के मनुख दे अंदर दया आउणी। हुण दया सारी थां इक्को ही है।
ਮਨੁੱਖ ਦੇ ਅੰਦਰ ਸੰਤੋਖ ਹੋਣਾ, ਇਹ ਸਾਰੀ ਥਾਂ ਇੱਕੋ ਹੀ ਹੈ। ਮਨੁੱਖ ਦਾ ਉੱਚਾ ਆਚਰਣ ਬਣ ਜਾਣਾ, ਇਹ ਸਾਰੀ ਥਾਂ ਇੱਕੋ ਹੈ। ਬਾਹਰੀ ਤੌਰ ਤੇ ਕਿਤੇ ਪਾਣੀ ਪਿਆਉਣਾ ਚੰਗੀ ਗੱਲ ਹੋ ਸਕਦੀ ਹੈ, ਹੋ ਸਕਦਾ ਕਿਤੇ ਇਹ ਮਾੜੀ ਵੀ ਹੋਏ। ਬਹੁਤ ਵੱਡੀ ਦੁਨੀਆ ਹੈ। ਕਿਤੇ ਇਕੱਠੇ ਹੋ ਕੇ ਰਹਿਣਾ ਚੰਗੀ ਗੱਲ ਹੋ ਸਕਦੀ ਹੈ, ਕਿਤੇ ਅਲੱਗ-ਅਲੱਗ ਰਹਿਣਾ ਚੰਗੀ ਹੋ ਸਕਦੀ ਹੈ। ਕਰਮ ਵੱਖੋ ਵੱਖਰੇ ਹੋ ਸਕਦੇ ਨੇ, ਪਰ ਜਪ ਦੇ ਨਾਲ ਜਿਹੜੀ ਅੰਦਰ ਦਇਆ ਪੈਦਾ ਹੋਣੀ ਹੈ, ਇਹ ਸਾਰੀ ਥਾਂ ਇੱਕੋ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਾਰਿਆਂ ਧਰਮਾਂ ਚੋਂ, ਸਾਰਿਆਂ ਫਰਜ਼ਾਂ ਤੋਂ ਸਿਰਮੌਰ ਫਰਜ਼ ਕੀ ਹੈ? ਸਿਰਫ ਤੇ ਸਿਰਫ ਪਰਮੇਸ਼ਰ ਦਾ ਨਾਮ ਲੈਣਾ। ਹੁਣ ਅੱਗੇ ਕਹਿੰਦੇ ਨੇ ਸਗਲ ਕਿਰਿਆ ਮਹਿ ਊਤਮ ਕਿਰਿਆ। ਹੁਣ ਕਿਰਿਆ ਦਾ ਆਪਾਂ ਜਿਹੜਾ ਵੀ ਐਕਸ਼ਨ ਕਰਦੇ ਹਾਂ, ਜਦੋਂ ਵੀ ਚੱਲਦਾ, ਭਾਵੇਂ ਉਹ ਮਨ ਚੱਲੇ, ਭਾਵੇਂ ਉਹ ਸਰੀਰ ਚੱਲੇ, ਕਿਰਿਆਵਾਂ ਜਾਂ ਤੇ ਸਰੀਰ ਦੇ ਬਲ ਤੇ ਹੁੰਦੀਆਂ ਨੇ, ਜਾਂ ਮਾਨਸਿਕ ਤੌਰ ਤੇ ਵੀ ਕਿਰਿਆਵਾਂ ਤੇ ਅੰਦਰ ਚੱਲਦੀਆਂ ਰਹਿੰਦੀਆਂ ਨੇ। ਸੰਕਲਪ ਵਿਕਲਪ ਦੀ ਕਿਰਿਆ ਚੱਲਦੀ ਰਹਿੰਦੀ ਹੈ। ਸਗਲ ਕਿਰਿਆ ਮਹਿ ਊਤਮ ਕਿਰਿਆ। ਕਿੰਨੀਆਂ ਕਿਰਿਆਵਾਂ? ਮਨੁੱਖ ਰੋਟੀ ਖਾਣੀ ਇੱਕ ਕਿਰਿਆ ਹੈ, ਵਸਤਰ ਪਹਿਰਨੇ ਇੱਕ ਕਿਰਿਆ ਹੈ, ਬਾਹਰੀ ਤੌਰ ਤੇ ਧਨ ਪਦਾਰਥ ਅਰਜਿਤ ਕਰਨਾ ਇਹ ਵੀ ਇੱਕ ਕਿਰਿਆ ਹੈ। ਕਿਸੇ ਦੇ ਨਾਲ ਬੋਲਣਾ, ਇਹ ਵੀ ਬੋਲਣਾ, ਉੱਠਣਾ, ਬਹਿਣਾ, ਸੌਣਾ, ਜਿੰਨੇ ਵੀ ਇਹ ਸ਼ਬਦ ਨੇ ਲਫ਼ਜ਼ੀ ਤੌਰ ਤੇ, ਇਹ ਸਾਰੀਆਂ ਕਿਰਿਆਵਾਂ ਨੇ। ਪਰ ਸਭ ਤੋਂ ਵੱਡੀ ਕਿਰਿਆ ਕਿਹੜੀ ਹੈ? ਕੋਈ ਐਸੀ ਕਿਰਿਆ ਵੀ ਹੈ ਜਿਹੜੀ ਕਿਰਿਆ ਕਰਨ ਦੇ ਨਾਲ ਮਨੁੱਖ ਦਾ ਸੁਭਾਅ ਬਦਲਦਾ ਹੋਵੇ। ਕਿਉਂਕਿ ਮਨੁੱਖ ਬੋਲ ਤੇ ਰਿਹਾ ਹੈ, ਡਿਪੈਂਡ ਇਹ ਕਰਦਾ ਬੋਲ ਕੀ ਰਿਹਾ, ਕਿਰਿਆ ਕਰ ਕਿਹੜੀ ਰਿਹਾ। ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ। ਸਾਧ ਸੰਗਤ ਦੇ ਵਿੱਚ ਬੈਠ ਕੇ ਦੁਰਮਤ ਨੂੰ ਦੂਰ ਕਰਨਾ, ਚੰਗੇ ਉਪਦੇਸ਼ਾਂ ਨੂੰ ਸੁਣਨਾ, ਇਹ ਜਿਹੜੀ ਹੈ ਸਭ ਤੋਂ ਵੱਡੀ ਕਿਰਿਆ ਹੈ, ਸਭ ਤੋਂ ਸ੍ਰੇਸ਼ਟ ਕਿਰਿਆ ਹੈ। ਸਾਧ ਸੰਗਤ ਦੇ ਵਿੱਚ ਆਉਣ ਦਾ ਯਤਨ ਕਰਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਕਿਉਂਕਿ ਜਿਵੇਂ ਜਿਵੇਂ ਮਨੁੱਖ ਆਪਣੀ ਸੰਗਤ ਬਦਲਦਾ ਹੈ, ਆਪਾਂ ਕਈ ਵਾਰੀ ਇਹ ਦ੍ਰਿਸ਼ਟਾਂਤ ਲਿਆ ਹੈ, ਲੋਹਾ ਕਿੰਨਾ ਸਖਤ ਹੁੰਦਾ ਹੈ, ਲੋਹਾ ਬਦਲ ਨਹੀਂ ਸਕਦਾ ਬਹੁਤ, ਉਹਨੂੰ ਮੋੜਿਆ ਨਹੀਂ ਜਾ ਸਕਦਾ, ਮੋਟੇ ਲੋਹੇ ਨੂੰ ਸਖਤ ਬਹੁਤ ਹੈ। ਪਰ ਜੇ ਕਿਤੇ ਉਹਨੂੰ ਅਗਨੀ ਦੀ ਸੰਗਤ ਦੇ ਦਿੱਤੀ ਜਾਏ, ਲੋਹੇ ਨੂੰ ਜਿਵੇਂ ਮਰਜ਼ੀ ਮੋੜ ਲਓ। ਅਸੀਂ ਇਹ ਵੇਖਦੇ ਹਾਂ, ਇੱਕ ਲੱਕੜ ਹੈ, ਇੱਕ ਲੋਹਾ ਹੈ, ਪਾਣੀ ਦੇ ਵਿੱਚ ਡੋਬ ਦਿਓ, ਡੁੱਬ ਜਾਏਗਾ। ਪਰ ਜੇ ਕਿਤੇ ਉਹ ਲੋਹਾ ਲੱਕੜ ਦੇ ਨਾਲ ਬੰਨ੍ਹ ਦਿੱਤਾ ਜਾਏ, ਉਹ ਲੋਹਾ ਵੀ ਤੈਰ ਪੈਂਦਾ ਹੈ ਦਰਿਆ ਵਿੱਚ ਵੀ। ਜਿਵੇਂ ਬੇੜੀ ਨੂੰ ਅਕਸਰ ਲੋਹਾ ਲੱਗਿਆ ਹੁੰਦਾ ਹੈ, ਉਹਦੀਆਂ ਜਿਹੜੀਆਂ ਬਣਾਉਣ ਵਾਸਤੇ ਲੋਹਾ ਅਕਸਰ ਯੂਜ਼ ਹੁੰਦਾ ਹੈ, ਉਹਦੀ ਵਰਤੋਂ ਕੀਤੀ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਇੱਕ ਸੰਗਤ ਦੇ ਨਾਲ, ਗੁਰਬਾਣੀ ਵਿੱਚ ਤੇ ਇਹਦਾ ਬਹੁਤ ਜ਼ਿਕਰ ਆਇਆ ਹੈ। ਮਹਾਰਾਜ ਕਹਿੰਦੇ ਜਿਵੇਂ ਚੰਦਨ ਦਾ ਬਾਗ ਹੋਏ, ਚੰਦਨ ਦੇ ਬਾਗ ਦੇ ਵਿੱਚ ਇਹ ਨਹੀਂ ਹੈ ਇਕੱਲਾ ਚੰਦਨ ਹੀ ਸੁਗੰਧਿਤ ਹੁੰਦਾ ਹੈ, ਚੰਦਨ ਦੇ ਨਾਲ ਰਹਿਣ ਵਾਲੇ ਹੋਰ ਦਰਖਤ ਵੀ ਸੁਗੰਧਿਤ ਹੋ ਜਾਂਦੇ ਨੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇੱਕ ਹੈ, ਉਹਨਾਂ ਨੇ ਉਹਦੀ ਸੰਗਤ ਕਰ ਲਈ। ਸਿਰਫ ਸੰਗਤ ਕਰਨ ਦੇ ਨਾਲ ਉਹ ਜਿਹੜੇ ਚੰਦਨ ਦੇ ਨਾਲ ਲੱਗੇ ਰੁੱਖ ਨੇ, ਉਹ ਵੀ ਬਦਲ ਕੇ ਚੰਦਨ ਵਰਗੇ ਹੋ ਗਏ, ਭਾਵ ਖੁਸ਼ਬੂ ਦੇਣ ਲੱਗ ਪਏ। ਇਵੇਂ ਹੀ ਜਿਹੜੇ ਮਨੁੱਖ ਹਮੇਸ਼ਾ ਦਿਨ ਦੇ ਵਿੱਚ ਸੱਤ ਦੀ ਸੰਗਤ ਕਰਦੇ ਨੇ,
ਸਤ ਦਾ ਮਤਲਬ ਹੈ ਜੋ ਸਦੀਵੀ ਹੈ। ਸੱਚ ਦਾ ਮਤਲਬ ਹੈ ਜੋ ਸਦੀਵੀ ਹੈ। ਜੋ ਸਦੀਵੀ ਨਹੀਂ ਉਹ ਸੱਚ ਨਹੀਂ ਹੈ। ਇਸ ਕਰਕੇ ਇਹਨਾਂ ਅੱਖਾਂ ਦੇ ਨਾਲ ਜੋ ਕੁਝ ਵੀ ਵੇਖ ਰਿਹਾ ਹੈ ਉਹ ਸੱਚ ਨਹੀਂ ਹੈ। ਇਹਨਾਂ ਅੱਖਾਂ ਦੇ ਨਾਲ ਜੋ ਕੁਝ ਵੀ ਮਨੁੱਖ ਨੂੰ ਵੇਖਦਾ ਹੈ ਉਹ ਸੱਚ ਨਹੀਂ ਹੈ। ਗੁਰਬਾਣੀ ਤੇ ਇਹ ਕਹਿੰਦੀ ਹੈ, ਜਿਹੜੇ ਇਹ ਅੱਖਰ ਅਸੀਂ ਪੜ੍ਹਦੇ ਹਾਂ, ਇਹ ਅੱਖਰ ਖਿਰ ਜਾਏਂਗੇ, ਉਹ ਇਹ ਅੱਖਰ ਇਨ ਮਹਿ ਨਾਹੀਂ। ਇਹ ਵੀ ਕਹਿੰਦੀ ਹੈ ਬਾਣੀ। ਕਿਉਂਕਿ ਜਿਹੜੀਆਂ ਇਹ ਅੱਖਾਂ ਵੇਖ ਸਕਦੀਆਂ ਨੇ, ਵੇਖਣ ਵਾਲੀਆਂ ਅੱਖਾਂ ਹੀ ਸੱਚ ਨਹੀਂ, ਫਿਰ ਇਹਨਾਂ ਦਾ ਜੋ ਕੁਝ ਵਿਖੇਗਾ ਉਹ ਸੱਚ ਕਿਵੇਂ ਹੋਏਗਾ? ਸੱਚ ਦੀ ਖੋਜ ਕਰਨੀ ਸਤ ਸੰਗਤ ਦੇ ਵਿੱਚ ਬੈਠ ਕੇ, ਇਹ ਸਭ ਤੋਂ ਉੱਤਮ ਕਿਰਿਆ ਹੈ। ਬਾਕੀ ਸਾਰੀਆਂ ਕਿਰਿਆਵਾਂ ਮੱਧਮ ਨੇ ਜਾਂ ਨੀਚ ਨੇ, ਉੱਤਮ ਨਹੀਂ ਹਨ। ਆਪਾਂ ਇੱਥੇ ਕਹਿ ਸਕਦੇ ਹਾਂ, ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਜਿਹੜੀ ਭੱਜ ਦੌੜ ਕਰਨੀ ਹੈ, ਇਹ ਵੀ ਉੱਤਮ ਕਿਰਿਆ ਨਹੀਂ ਹੈ, ਮੱਧਮ ਹੋ ਸਕਦੀ ਹੈ। ਪ੍ਰਸਾਦ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਬੰਦਗੀ ਕਰਕੇ ਆਪਣੇ ਅੰਦਰੋਂ ਮੈਲ ਦੂਰ ਕਰਨੀ ਵਿਕਾਰਾਂ ਦੀ। ਕਿਉਂਕਿ ਸਿਮਰ ਸਿਮਰ ਸੁਆਮੀ ਆਪਣਾ, ਸੋਇਆ ਮਨ ਜਾਗਾਈ। ਜਿਵੇਂ ਜਿਵੇਂ ਮਨੁੱਖ ਪ੍ਰਭੂ ਦੀ ਬੰਦਗੀ ਕਰਦਾ ਹੈ, ਇਹ ਮਨ ਜਾਗਣਾ ਸ਼ੁਰੂ ਹੁੰਦਾ ਹੈ। ਜਦੋਂ ਤਾਈਂ ਇਹ ਜਾਗਦਾ ਨਹੀਂ, ਉਦੋਂ ਤਾਈਂ ਇਹ ਵਿਕਾਰ ਕਰਦਾ ਹੈ। ਜਿਵੇਂ ਇਹ ਜਾਗੇਗਾ ਉਵੇਂ ਇਹ ਕੰਮ ਸਹੀ ਕਰੇਗਾ। ਜਿਵੇਂ ਸੁੱਤੇ ਹੋਏ ਮਨੁੱਖ ਸੁਪਨੇ ਵਿੱਚ ਕੁਛ ਹੀ ਕਰੀ ਜਾਣ, ਉਹਨਾਂ ਨੂੰ ਕੋਈ ਪਤਾ ਨਹੀਂ। ਪਰ ਜੇ ਕਿਤੇ ਸੁਪਨਾ ਕੋਈ ਡਰਾਵਣਾ ਹੋ ਜਾਏ, ਨੀਂਦ ਖੁੱਲੇ, ਫਿਰ ਪਤਾ ਲੱਗਦਾ ਹੈ ਵੀ ਇਹ ਸੁਪਨਾ ਸੀ। ਇਵੇਂ ਮਹਾਰਾਜ ਕਹਿੰਦੇ, ਸਭ ਤੋਂ ਉੱਤਮ ਕਿਰਿਆ ਸਾਧ ਸੰਗਤ ਵਿੱਚ ਰਹਿ ਕੇ ਦੁਰਮਤ ਤੇ ਮਲ ਨੂੰ ਦੂਰ ਕਰਨਾ ਹੈ। ਔਰ ਐਸੀ ਕਿਰਿਆਵਾਂ ਬੜੇ ਸਿੱਖ ਅਕਸਰ ਕਰਦੇ ਹੁੰਦੇ ਸੀ। ਕਿਉਂਕਿ ਸਾਧ ਸੰਗਤ ਦੇ ਵਿੱਚ ਬੈਠ ਕੇ ਜਦੋਂ ਮਨੁੱਖ ਬਹਿੰਦਾ ਹੈ, ਉਹਦੇ ਕਈ ਭੈ ਦੂਰ ਹੋ ਜਾਂਦੇ ਨੇ, ਉਹਦੇ ਕਈ ਸ਼ੰਕੇ ਦੂਰ ਹੋ ਜਾਂਦੇ ਨੇ। ਜਿਵੇਂ ਵੈਸੇ ਤੇ ਮਨੁੱਖ ਸਾਧ ਸੰਗਤ ਉਦੋਂ ਕਰਦਾ ਜਾਂ ਤੇ ਪ੍ਰੇਮ ਵਸ ਹੋ ਕੇ ਜਾਂ ਫਿਰ ਡਰ ਵਸ ਹੋ ਕੇ। ਹੁਣ ਇੱਕ ਭਾਈ ਤਾਰੂ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ, ਬਾਲਕ ਸਨ। ਘਰ ਦੇ ਵਿੱਚ ਮਾਂ ਲੱਕੜਾਂ ਬਾਲ ਰਹੀ ਸੀ, ਅੱਗ। ਹੁਣ ਉਹ ਅੱਗ ਬਾਲੀ, ਲੰਗਰ ਤਿਆਰ ਹੋਇਆ। ਅਚਾਨਚਕ ਉਹਨਾਂ ਦਾ ਮਨ ਬਦਲਦਾ ਹੈ। ਗੁਰੂ ਨਾਨਕ ਸਾਹਿਬ ਦੀ ਸੰਗਤ ਕਰਦੇ ਨੇ ਰੋਜ਼ ਜਾ ਕੇ। ਮਹਾਰਾਜ ਸ਼ਬਦ ਉਚਾਰਦੇ ਨੇ, ਫਿਰ ਸ਼ਬਦ ਦੀ ਵਿਆਖਿਆ ਕਰਦੇ ਨੇ। ਬਾਲਕ ਆਉਂਦਾ ਹੈ, ਸੁਣਦਾ ਰਹਿੰਦਾ ਹੈ, ਬੈਠਾ ਰਹਿੰਦਾ ਹੈ। ਜਦੋਂ ਸਾਰੀ ਸੰਗਤ ਚਲੀ ਜਾਂਦੀ ਹੈ, ਉਹਨਾਂ ਤੋਂ ਬਾਅਦ ਵਿੱਚ ਜਾਂਦਾ ਹੈ ਸਾਰਿਆਂ 'ਚ। 12-14 ਸਾਲ ਦਾ ਉਹ ਬੱਚਾ। ਗੁਰੂ ਸਾਹਿਬ ਇਹ ਪੁੱਛਦੇ ਨੇ ਵੀ ਇਹ ਬਾਲਕ ਨੂੰ ਬੁਲਾਇਆ ਜਾਏ। ਬਾਲਕ ਨੂੰ ਕਹਿੰਦੇ, ਬੱਚਿਆ, ਇਹ ਤੇ ਤੇਰੀ ਉਮਰ ਹੀ ਇੰਨੀ ਛੋਟੀ ਹੈ, ਪਰ ਤੂੰ ਇੰਨੇ ਧਿਆਨ ਨਾਲ ਸੁਣਦਾ ਹੈ, ਹਰੇਕ ਚੀਜ਼ ਨੂੰ ਬੜਾ ਸਮਝਦਾ ਹੈ, ਇਹਦਾ ਕਾਰਨ ਕੀ ਹੈ? ਕਿ ਤੂੰ ਸੰਗਤ ਵਿੱਚ ਆ ਕੇ ਤੈਨੂੰ ਕਿਵੇਂ ਪਤਾ ਹੈ ਸੰਗਤ ਦੀ ਏਡੀ ਮਹਾਨਤਾ ਹੈ? ਉਹ ਕਹਿੰਦਾ, ਮਹਾਰਾਜ, ਇੱਕ ਦਿਨ ਮੇਰੀ ਮਾਂ ਮੈਨੂੰ ਕਹਿੰਦੀ ਹੈ, ਪੁੱਤਰ ਚੁੱਲ੍ਹੇ ਵਿੱਚ ਅੱਗ ਬਾਲ ਦੇ। ਮੈਂ ਵੱਡੀਆਂ ਲੱਕੜਾਂ ਲਿਆ ਕੇ ਚੁੱਲ੍ਹੇ ਵਿੱਚ ਡਾਹੀਆਂ। ਜਿਵੇਂ ਵੱਡੀਆਂ ਲੱਕੜਾਂ ਡਾਹੀਆਂ ਨੇ, ਅੱਗ ਨਾ ਬਲੀ। ਮੇਰੀ ਮਾਂ ਮੈਨੂੰ ਕਹਿੰਦੀ ਹੈ, ਬੱਚਾ, ਜਿਹੜੀ ਅੱਗ ਹੁੰਦੀ ਹੈ ਪਹਿਲਾਂ ਛੋਟੀਆਂ ਲੱਕੜਾਂ ਵਿੱਚ ਪਾਈ ਦੀਆਂ ਨੇ, ਤਾਂ ਇਹ ਜਗਦੀ ਹੁੰਦੀ ਹੈ। ਕਹਿੰਦਾ, ਮਹਾਰਾਜ, ਉਸ ਦਿਨ ਮੈਨੂੰ ਬੜੀ ਗਹਿਰੀ ਗੱਲ ਸਮਝ ਆ ਗਈ ਕਿ ਸਾਧ ਸੰਗਤ ਜਦੋਂ ਮਨੁੱਖ ਗੰਭੀਰ ਹੋਏ ਨਾ, ਉਹ ਆਪਣੀ ਜ਼ਿੰਦਗੀ ਛੋਟੀ ਛੋਟੀ ਗੱਲ ਨੂੰ ਵੀ ਸਮਝ ਕੇ ਸਿੱਖਿਆ ਲੈਣੀ ਸ਼ੁਰੂ ਕਰ ਦਿੰਦਾ। ਛੋਟੀਆਂ ਛੋਟੀਆਂ ਗੱਲਾਂ ਉਹਦੇ ਨਾਲ ਸਾਰਾ ਦਿਨ ਜੋ ਕੁਝ ਵੀ ਵਾਪਰਦਾ ਹੈ,
ਉਹ ਛੋਟੀ ਛੋਟੀ ਗੱਲ ਨੂੰ ਵਾਸਤੇ ਵੀ ਬੜਾ ਗੰਭੀਰ ਹੋ ਜਾਂਦਾ ਹੈ। ਜਦੋਂ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਦਾ ਹੈ, ਉਹ ਸਮਝਦਿਆਂ ਉਹਨੂੰ ਇਹੀ ਪਤਾ ਲੱਗ ਜਾਂਦਾ ਹੈ ਵੀ ਜਿਨ੍ਹਾਂ ਵਿੱਚ ਤੂੰ ਰਹਿ ਰਿਹਾ ਇਹ ਵੀ ਸਦੀਵੀ ਨਹੀਂ ਹਨ। ਗੰਭੀਰ ਮਨੁੱਖ ਹੀ ਸਮਝ ਸਕਦਾ ਹੈ। ਬਾਕੀ ਗੁਰਬਾਣੀ ਕਹਿੰਦੀ ਹੈ ਜਿਹਨੂੰ ਹਜੇ ਮਾਇਆ ਦਾ ਮੋਹ ਹੈ ਉਹ ਗੰਭੀਰ ਨਹੀਂ ਹੋ ਸਕਦਾ। ਜਿਹਦਾ ਹਜੇ ਦਿਲ ਵੱਧ ਤੋਂ ਵੱਧ ਪਦਾਰਥ ਖਾਣ ਨੂੰ ਕਰਦਾ ਹੈ, ਦੂਜੀਆਂ ਥਾਵਾਂ ਤੇ ਘੁੰਮਣ ਨੂੰ ਕਰਦਾ ਹੈ, ਦਿਲ ਬਹੁਤ ਥਾਵਾਂ ਤੇ ਇਹਨਾਂ ਅੱਖਾਂ ਦੇ ਰਾਹੀਂ ਦੂਜੇ ਸਥਾਨ ਵੇਖਣ ਨੂੰ ਕਰਦਾ ਹੈ, ਉਹ ਮਨੁੱਖ ਗੰਭੀਰ ਨਹੀਂ ਹੋ ਸਕਦਾ। ਜ਼ਿੰਦਗੀ ਤੇ ਉਹ ਜੀ ਲਏਗਾ, ਜ਼ਿੰਦਗੀ ਵਿੱਚ ਰਹੱਸ ਨਹੀਂ ਪੈਦਾ ਹੋਏਗਾ। ਉਹਦੀ ਜ਼ਿੰਦਗੀ ਐਸੀ ਰਹੇਗੀ ਜਿਵੇਂ ਇੱਕ ਪਸ਼ੂ ਦੀ ਰਹਿੰਦੀ ਹੈ। ਪਸ਼ੂ ਦੀ ਜ਼ਿੰਦਗੀ ਦਾ ਸਿਰਫ ਤੇ ਸਿਰਫ ਪ੍ਰਯੋਜਨ ਖਾਣਾ ਪੀਣਾ ਤੇ ਸੌਣਾ ਹੈ। ਇਸ ਤੋਂ ਵੱਧ ਪਸ਼ੂ ਦੀ ਜ਼ਿੰਦਗੀ ਦਾ ਪ੍ਰਯੋਜਨ ਨਹੀਂ। ਭਾਈ ਤਾਰੂ ਕਹਿੰਦਾ ਮਹਾਰਾਜ ਉਸ ਦਿਨ ਮੈਨੂੰ ਸਮਝ ਲੱਗ ਗਈ, ਇਹ ਦੁਨੀਆ ਦੇ ਵਿੱਚ ਸਭ ਕੁਝ ਤੇ ਅਸਤ ਹੈ, ਔਰ ਮੈਂ ਤੇ ਇਹ ਸਮਝ ਬੈਠਾ ਸੀ ਵੀ ਆ ਮੇਰੇ ਸਮਾਸ ਚੱਲ ਰਹੇ ਨੇ, ਸ਼ਾਇਦ ਮੈਂ ਬਜ਼ੁਰਗ ਹੋਵਾਂਗਾ, ਫਿਰ ਮ੍ਰਿਤੂ ਹੋਏਗੀ। ਮੈਨੂੰ ਤੇ ਪਤਾ ਲੱਗ ਗਿਆ ਵੀ ਜਦੋਂ ਛੋਟੀਆਂ ਲੱਕੜਾਂ ਪਹਿਲੀਆਂ ਚੱਲ ਗਈਆਂ ਨੇ, ਕੀ ਪਤਾ ਲੱਗਦਾ ਛੋਟੀ ਉਮਰ ਹੀ ਇੱਥੋਂ ਜਾਣਾ ਹੋਏ। ਆਪਾਂ ਉਸ ਦਿਨ ਵੀ ਇੱਕ ਦਿਨ ਗੱਲ ਕੀਤੀ ਹੈ, ਬਾਹਰ ਕਿਤੇ ਕਥਾ ਤੇ ਕੁਦਰਤੀ ਕਈ ਵਾਰੀ ਗੱਲ ਆ ਜਾਂਦੀ ਹੈ। ਅਸਲ ਦੇ ਵਿੱਚ ਬਜ਼ੁਰਗੀ 'ਚ ਜਾ ਕੇ ਜਿਹੜੀ ਮੌਤ ਦੀ ਰੇਸ਼ੋ ਉਹ ਜ਼ਿਆਦਾ ਹੈ। ਜੇ ਦੁਨੀਆ ਦੇ ਵਿੱਚ 100% 100 ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ 60, 65, 75 ਦੇ ਕਰੀਬ ਬਜ਼ੁਰਗ ਜਾਂਦੇ ਨੇ ਤੇ 25% ਜਵਾਨ ਜਾਂਦੇ ਹੋਣਗੇ, 5-7%, 20-25% ਬਿਮਾਰ। ਇੱਥੇ ਕਹਿ ਲਈਏ ਜਿਹੜੀ ਬਿਮਾਰ ਦੀ ਔਰ ਬੁਢੇਪੇ ਦੀ ਰੇਸ਼ੋ ਜ਼ਿਆਦਾ ਹੈ, ਮਰਨ ਵਾਲਿਆਂ ਦੀ ਘੱਟ ਹੈ, ਬੁਢੇਪੇ ਵਾਲਿਆਂ ਦੀ ਘੱਟ ਹੈ। ਇਸ ਕਰਕੇ ਮਨੁੱਖ ਨੂੰ ਇਹ ਲੱਗਦਾ ਹੈ ਵੀ ਜਿਹੜੇ ਜਵਾਨ ਨੇ ਉਹ ਘੱਟ ਜਾਂਦੇ ਨੇ 20-25%। ਇਸ ਕਰਕੇ ਵੀ ਸ਼ਾਇਦ ਮੇਰੇ ਤੇ ਇਹ ਗੱਲ ਨਹੀਂ ਵਾਪਰਨੀ ਵੀ ਹਜੇ ਬਜ਼ੁਰਗ ਹੋਣਾ ਹੈ, ਬਜ਼ੁਰਗੀ ਵਿੱਚ ਜਾ ਕੇ ਹੋਣਾ ਹੈ, ਇਹ ਤੇ ਜੋ ਵੀ ਹੋਣਾ ਹੈ। ਤਾਈ ਮਹਾਰਾਜ ਕਹਿੰਦੇ ਨੇ, ਔਰ ਅਸਲ ਦੇ ਵਿੱਚ ਨਾ ਇਹ ਜਿਹੜੀ ਅਗਲੀ ਗੱਲ ਹੈ ਫਿਊਚਰ ਵਾਸਤੇ ਸੋਚਣਾ, ਇਹ ਪਹਿਲੇ ਦਿਨ ਤੋਂ ਮਨੁੱਖ ਦੇ ਅੰਦਰ ਬੀਜ ਬੀਜਿਆ ਗਿਆ। ਜਿਸ ਦਿਨ ਇਹ ਬੱਚਾ ਸੀ ਨਾ, ਉਸੇ ਦਿਨ ਮਾਂ-ਬਾਪ ਨੂੰ ਇਹ ਨਹੀਂ ਸੀ ਕਹਿੰਦੇ ਤੂੰ ਕੀ ਹੈ, ਇਹ ਕਹਿੰਦੇ ਤੂੰ ਕੀ ਬਣੇਗਾ, ਵੱਡਾ ਹੋ ਕੇ ਕੀ ਬਣੇਗਾ। ਹੁਣ ਉਹ ਵੱਡਾ ਹੋ ਕੇ ਕੀ, ਉਸ ਦਿਨ ਤੋਂ ਹੀ ਉਹ ਅੱਗੇ ਜਿਉਣਾ ਸ਼ੁਰੂ ਹੋ ਗਿਆ। ਆਪਣੀ ਜ਼ਿੰਦਗੀ ਦੇ ਜਿਹੜੇ ਟਾਈਮ 'ਚ ਉਹ ਜੀ ਰਿਹਾ ਹੈ, ਉਸ ਟਾਈਮ 'ਚ ਨਹੀਂ ਜਿੰਦਾ ਮੈਂ ਵੱਡਾ ਹੋ ਕੇ ਆ ਬਣਾਂਗਾ। ਹਜੇ ਬਣਨਾ ਉਹਨੇ 20-25 ਸਾਲ ਬਾਅਦ ਹੈ, ਜਿਉਣਾ ਪਹਿਲਾਂ ਸ਼ੁਰੂ ਹੋ ਗਿਆ। ਉਸ ਚੀਜ਼ ਨੇ ਐਸਾ ਨਹੀਂ ਹੈ, ਨਹੀਂ ਸਮਝਣਾ ਚਾਹੀਦਾ ਬਣਨਾ ਕੀ ਹੈ, ਲਕਸ਼ ਹੋਣੇ ਚਾਹੀਦੇ ਨੇ, ਪਰ ਇਹ ਨਹੀਂ ਹੈ ਜੋ ਕੁਝ ਬਣਨਾ ਹੈ ਉਹਦੇ ਵਾਸਤੇ ਅੱਜ ਖਰਾਬ ਹੋ ਜਾਏ। ਮਹਾਰਾਜ ਕਹਿੰਦੇ ਜੋ ਕੱਲ ਨੂੰ ਬਣਨਾ ਹੈ, ਜੇ ਅੱਜ ਪ੍ਰਯਤਨ ਹੋਏਗਾ ਤਾਂ ਹੀ ਤੇ ਕੱਲ ਬਣੇਗਾ। ਜਿੰਨੇ ਗੋਬਿੰਦ ਨੂੰ ਮਿਲਣਾ ਹੈ, ਉਹ ਜੇ ਕਹੇ ਮੈਂ ਬੁਢੇਪੇ 'ਚ ਜਾ ਕੇ ਨਾਮ ਜਪਾਂਗਾ, ਪਹਿਲੀ ਗੱਲ ਤੇ ਇਹ ਪੱਕਾ ਹੀ ਨਹੀਂ ਹੈ ਵੀ ਉੱਥੋਂ ਤੇ ਜਾਣਾ ਵੀ ਹੈ ਕਿ ਨਹੀਂ, ਇਹ ਤੇ ਵੱਖਰੀ ਗੱਲ ਹੈ। ਪਰ ਲਕਸ਼ ਤੇਰਾ ਪਰਮਾਤਮਾ ਹੈ, ਸ਼ੁਰੂ ਬੁਢੇਪੇ 'ਚ ਜਾ ਕੇ ਕਰੇਗਾ, ਇਹਦਾ ਮਤਲਬ ਤੇ ਲਕਸ਼ਪਤੀ ਸੰਜੀਦਗੀ ਨਹੀਂ ਹੈ, ਸੰਵੇਦਨਸ਼ੀਲ ਨਹੀਂ ਹੈ ਮਨੁੱਖ। ਇਹਦਾ ਮਤਲਬ ਤੇ ਇਹ ਹੈ, ਜੇ ਬੱਚਾ ਕਹੇ, ਉਹਦੇ ਮਾਂ-ਬਾਪ ਕਹਿੰਦੇ ਨੇ ਕੀ ਬਣੇਗਾ, ਕਹਿੰਦੇ ਬਸ ਜਦੋਂ ਜਵਾਨ ਹੋ ਜਾਵਾਂਗਾ ਨਾ 25 ਸਾਲ ਦਾ, ਉਦੋਂ ਜਾ ਕੇ ਪੜ੍ਹਾਈ ਸ਼ੁਰੂ ਕਰਾਂਗਾ। ਕਿਉਂ? ਉਦੋਂ ਹੀ ਤੇ ਬਣਨਾ ਹੈ। ਕਹਿੰਦੇ ਨਹੀਂ, ਜੇ ਕੁਝ ਬਣਨਾ ਹੈ ਨਾ 30 ਸਾਲ 'ਚ, ਪੜ੍ਹਾਈ ਪਹਿਲੀ ਕਲਾਸ ਤੋਂ ਸ਼ੁਰੂ, ਦੂਜੇ ਤੀਜੇ ਸਾਲ 'ਚ ਸ਼ੁਰੂ ਹੋ ਜਾਂਦੀ ਹੈ, ਤਾਂ ਜਾ ਕੇ 25 ਸਾਲ ਤੇ ਕੁਝ ਬਣਦਾ ਮਨੁੱਖ। ਇੰਨੇ ਸਾਲਾਂ 'ਚ ਦੁਨਿਆਵੀ ਤੌਰ ਤੇ ਮਨੁੱਖ ਨੇ ਜੇ ਇੱਕ ਡਾਕਟਰ ਬਣਨਾ ਹੈ 20-25 ਸਾਲ ਲੱਗ ਜਾਂਦੇ ਨੇ ਉਹਨੂੰ, ਉਸ ਪੜ੍ਹਾਈ ਕਰਦਿਆਂ ਤਾਂ ਪਹੁੰਚਦਾ ਉੱਥੇ। ਇੱਕ ਐਡਵੋਕੇਟ ਬਣਨਾ ਹੈ, ਇੱਕ ਮਕੈਨਿਕ ਬਣਨਾ ਹੈ, ਕੁਛ ਵੀ ਮਨੁੱਖ ਨੇ ਬਣਨਾ ਹੈ ਦੁਨਿਆਵੀ ਤੌਰ ਤੇ 20-25 ਸਾਲ ਲੱਗਦੇ ਨੇ। ਪਰ ਵਿਡੰਬਨਾ ਇਹ ਹੈ ਨੇ ਪਰਮੇਸ਼ਰ ਨੂੰ ਮਿਲਣਾ ਹੈ, ਇਹ ਕਹਿੰਦਾ ਮਿਲਣਾ ਵੀ ਹੈ ਪਰ ਸ਼ੁਰੂ ਵੀ ਬੁਢੇਪੇ ਵਿੱਚ ਜਾ ਕੇ ਕਰਾਂਗਾ। ਇਹਦਾ ਮਤਲਬ ਇਹ ਹੈ, ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਤੈਨੂੰ ਹਜੇ ਸੁੱਝਿਆ ਹੀ ਨਹੀਂ,
बिरद प्यो सूझै नहीं। बजुर्ग हो गए अजे भी नहीं सुझे। महाराज ने ना गुरबाणी दे, वैसे तो साइंस कहती है मनुख की उम्र 100 साल है, पर गुरबाणी ने मनुख की उम्र भी दसी है किन्ने साल की है बंदे की उम्र। ये भी दसिया, इनू जागरूक किया भी तेरी उम्र किन्ने साल की, वध तो वध मनुख की उम्र है जिहड़ी वो एक सवास दी है। हम आदमी हाँ एकदमी। संगत विच आके पता लगता है। सगल क्रिया में उत्तम क्रिया, साध संग दुरमत मल हिरिया। हुणे मनुख का बनया होया गुवार ही है ना, इत्थे आके खत्म हुंदा है। कहीं ये प्रश्न ने जेड़े कई चीज़ों तो ये जागरूक भी हुंदा है। महाराज ने मनुख की उम्र लिखी है किन्नी, एक दम, एक सवास। इस दी उम्र एक सवास है बस। जेड़े सवास चल गए, हुण आपां इत्थे बैठे हैं, जेड़ा चला गया वो भी अपना नहीं उत्ते गया। जेड़ा अगला आना है वह पता नहीं, आना भी है। मत के जापै सह आवे के ना आवे राम, अगले का तो पता ही नहीं किसी ने। इस करके एदा ते वही है जेड़ा आ गया है, बस ये दी उम्र है। मनुख की उम्र एक सवास दी है, हज़ारां सालों की नहीं जेड़े निश्चित की है। पर मनुख दुनिया के जेड़े सारे कार्य करने वास्ते, जिवें किसी ने अपने घर च अपने बच्चे का विआह करना है, उसकी तैयारी 1 साल पहला करता है। जे कि विआह वाले दिन ही कहे भी अज करते हैं तैयारी, कहेंगे कमला हो गया, उधरों बरात आ गई, हुण की करना, कुछ भी नहीं। बाणी कहती तू परमेश्वर नूं मिलना है, मिलन उन्होंने आया, तैयारी बुढ़ेपे च जाके करेगा, उदों तो काल आ जाना उत्तों। बिरद प्यो सूझै नहीं, काल पहुंच्यो आन। उदों तो उत्ते आके मोढिया ते काल ने बह जाना, उदों की होना, कुछ भी नहीं। इस करके जाना गोबिंद नूं मिलना है, तैयारी पहला हुंदी है। उहदे वास्ते सब तो वड्डी क्रिया करनी पैंदी है, साध संगत विच बहना। साध संगत विच बह के दुरमत ते मल नूं हिरना। अपने जेड़े बड़े हुए विचार ने, अपनी जेड़ी मत है उन्होंने छड्डना, गुरु की मत नूं धारण करना। मनुख अक्सर जिन्ने भी कर्म कर रहे हैं अपनी मत के अनुसार कर रहे हैं, गुरमत के अनुसार नहीं हैं। वो किवें? ये गुरुद्वारे आउंदा है, गुरु नूं ये कहण आउंदा है मेरी मत ये कहंदी है मैनूं ये चीज़ दे दे, अपनी मत के अनुसार। वो कहण आउंदा मैनूं ये दे, गुरु अगों कहंदा भी मैं तैनूं कुछ होर देना चाहुंदा, नहीं मेरे अनुसार तू चल। मंदिर विच जांदा है, कोई मस्जिद विच जांदा है, गिरजा घर च जांदा है, वो परमेश्वर नूं उत्थे ऑर्डर देना चाहुंदा है, उत्थे कह नहीं जाता है वो, और कोई उहदे परमेश्वर का ज्ञान अर्जित कर नहीं जाता। उत्थे सिर्फ उन्होंने एक कहण जाता है जो कुछ मैं सोच रहा मेरे अनुसार दुनिया कर दे सारी, बस। हुण इन्ना भोला तो परमेश्वर नहीं है। आम सियाणे कहते ने परमात्मा ने जिन्हों जिथे रखिया है वो बड़ा सोच विचार के रखिया है। जिन्हों जेड़ी पोस्ट दिती हुई है बड़ी सोच विचार के दिती हुई है। कई बारी मनुख कह दिंदा जे मैं फलाना हुंदा ना तो मैं इवें कर देना सी। अगों कोई सियाणा पुरुष कहंदा तां ही ते तैनूं बनाया नहीं उन्हें, तू कर ही एवें देना, तू अज ही ये सोचदा भी ये कर देना सी। उन्हें जिथे जिन्हों लाया है महाराज, जिव जिव भाना, जिमें जिमें उहदा भाना है उवें उवें उन्हें रखिया सब। जहां जहां भाना तहां तहां राखे, नानक सब किश प्रभ कै हथ है। सब तो वड्डी क्रिया जिंदगी विच खाना वड्डी क्रिया नहीं है। ਇਹਦਾ मतलब यह भी है शरीर की पूर्ति करनी यह वड्डी क्रिया नहीं है। अपने वास्ते रहन वास्ते भवन बनाने वधिया गल है, पर एक हिस्सा ने जिंदगी का यह कोई उत्तम क्रिया नहीं है, क्योंकि ये सदैवी नहीं ना रहनी। महाराज कहते उत्तम क्रिया संगत विच आउणा,
ਇੱਥੇ ਬੈਠਣਾ, बैठ के गुरु के बचन सुनने, गुरु के कीर्तन सुनना और उन्होंने धारण करना, ये सब तो वड्डी क्रिया है। अगे महाराज कहते ने सगल उद्यम मह उद्यम भला। किन्ने क मनुख उद्यम करता है जिंदगी दे विच, किन्ने ही रोज़ दी रोज़। बाणी भी कहती उद्यम करेंदे आ जियो तू, कमावंदे आ सुख पुंच। सारे उद्यमां तो वड्डा उद्यम किहड़ा है? आम इत्थे कहा जाता है उद्यम अगे लक्ष्मी पखे अगे पाउण। आम साडे इत्थे ये जिहड़ियां लोक कथावां ने, लोक रावां ने, ये प्रचलित ने। वो कहंदे ने सब तो वधिया उद्यम किहड़ा है? सगल उद्यम है उद्यम भला। महाराज कहते हर का नाम जपो जी सदा। जे मन दे विच सब तो वड्डिया उद्यम कोई रखना है तो यह है प्रभु की बंदगी करनी। सब तो वड्डा उद्यम है ये। उद्यम बाकी भी ठीक ने, पर बाकी सारे तो इस तो थले ने। अगे महाराज कहते ने सगल बानी मह अमृत बानी। अमृत वर्गी बाणी। जिन्ने भी बोल मनुख जिंदगी च बोलता है सवेर तो लैके शाम तई, ऐसे किहड़े बोल ने जिहड़े अमृत वर्गे ने, जिहड़े आप नूं भी सुख देंदे ने तो दूजे नूं भी देंदे ने। बोल तो मनुख सारा दिन बहुत बोलता है, ऐसे वो किहड़े बोल ने जिहड़े आप भी ठीक रहे तो दूजे नूं भी ठीक रखण। वो कहंदे ने हर को जस सुन रसन बखानी। हरि का जस सुनना ते उन्होंने रसना थाणी व्याख्यान करना। परमात्मा की गल नूं सुनना ते रसना थाणी आप दा भी भला करना ते दूजे नूं भी दसना। क्योंकि साध संगत आपां कई बारी ये विचार करते हैं, ये जरूरी नहीं है मनुख हत्थां नाल ही कर्म करता है। बड़े कर्म मनुख जीवा द्वारा कर जाता है। किसी नूं माड़ा बोल बोल देंदा है, भावें मन में माड़ा नहीं है, जीव थाणी भैड़े बोल बोल दिते, नालों नाल वो माड़े कर्म गिने गए, भैड़े बोल। कई बारी मनुख हत्थां नाल माड़ा नहीं करता, जीव नाल ही माड़ा बोल देंदा, ये भी माड़ा कर्म है। किसी दी आत्मा संताउणी माड़ा बोल के ये बहुत माड़ा है। और शायद अज की दुनिया दे विच ये कॉमन हो गया है। हुण अगले दी आत्मा का सराप हरेक मनुख फड़ लैंदा है फटोफट। महाराज कहंदे सब तो उत्तम बाणी किहड़ी है? मनुख किन्नियां बाणियां सुनदा है, सारा किन्ने गीत संगीत सुनदा है। हर को जस सुन, हरि दा जस सुनना, रसन बखानी, रसना दे थाणी व्याख्यान करना। अगे महाराज कहते ने सगल थान ते ओह उत्तम थान, नानक जे घट वसै हर नाम। सारे थावां तो वो उत्तम थान है। सारिया थावां तो जिन्नी भी, भावें वो हिरदे ने, भावें वो फिजिकली थावां ने, सगल थान ते वो उत्तम थान। गुरबाणी दे विच साध संगत महाराज कहते ने वड्डा घर होए, खाण पीण नूं सारा कुछ होए, पर जे वो बंदगी नहीं ना, उत्थे रब दा नां नहीं, वो एवें है जिवें शमशान घाट होए। गुरबाणी कहती है। और साहब जी कहते ने घर छोटा होए भावें वड्डा होए, वो गल नहीं है। जिहड़ी थां असीं रहने आ, जे उत्थे प्रभु की बंदगी है, पहली गल तो जिथे बंदगी है कलेश वैसे नहीं होएगा। उत्थे आम करके एक थां ते चार जी रहिंदे ने, वो आपस दे विच भावें झगड़न ना, मन में उन्हां दे वितकरा चलदा रहिंदा है। महाराज सच्चे पातशाह जी कहंदे ने, कहंदे असल दे विच वो थां वधिया ने जिथे बह के रब की बंदगी की जाती है। ते जिथे बंदगी नहीं, वो कहते ने सेई नगर उजाड़ी जियो। वो नगर ते उजाड़ वर्गा, नगर ही उजाड़ है जिथे कोई प्रभु की बंदगी करने वाला नहीं है।
जिथे कोई रब का नाम लैण वाला नहीं, वो सारा घर ही उजाड़ है। गुरु जी कहते हैं महाराज, जिथे नाम जपिए प्रभ प्यारे, जिथे नाम जपिया जाता है, रब नूं याद रखिया जाता है, जिथे नाम जपिए प्रभ प्यारे, से असल सोए चबारे। वो थां सोने दे चबारियां वर्गी है, भावें है एक झुगी हुई। वेखो साध संगत, ये जिहड़े थां ते असीं बैठे हैं, इहदी उदाहरण है। एक छोटा जिहा घर है भाई देवा राम दा, कोई वड्डा अटारी नहीं है, पर वो सिर्फ बंदगी करते सन इत्थे बैठ के। सिर्फ उन्हां दी बंदगी, उन्हां दी शरधा अज इनू वड्डे महल च तब्दील कर गई है। उहदे घर दे विच उन्हां दी शरधा, उन्हां दा जपिया होया नाम अज इत्थे एडा महान लंगर चला रहे। चलाण वाला गुरु ही है। एडा महान लंगर है, ਇਹਦਾ मतलब ये भाई देवा राम की जिहड़ी बंदगी की वो चल रही है अजे तक। एक छोटा जा घर सतसंग बन गया। इनू बाणी कहती, जिथे नाम जपीए प्रभ प्यारे, से असल सोयन चबारे। सोनिया दे चबारे वर्गे ने। जिथे नाम ना जपीए मेरे गोइंदा, सही नगर उजाड़ी जियो। आप जी ने सुनिया होगा, कई बारी वड्डे वड्डे नगर थे बन जाते ने, वड्डे वड्डे महल जिहड़े ने खाली हो जाते ने, उन्हां विच रहण वाला कोई नहीं हुंदा। बड़े इंडिया विच फोर्ट ने ऐसे जिहड़े अज कबूतरखाने बन गए ने। कारण की है, उत्थे रहण वाले जिस समय रह रहे सी, उदों ते लोकी कहिंदे सी बड़े आनंद विच रहिंदे ने, इन्हां दी जिंदगी बड़ी वड्डी है। उन्होंने वेख वेख के कहते रब्बा सानू क्यों नहीं ऐसी जिंदगी दिती। पर आपां बाणी विच बाणी कहती है, जे सच ते झूठ का नबेड़ा वेखना है, हो सकता है झूठ थोड़ी देर चमक जाए, हो सकता है झूठ जिहड़ा है थोड़ी देर चल जाए। सच एवें लगता है कई बारी भी झूठ जिहड़ा सच तो जित रहा है। एवें लगता है कई बारी जिहड़ा हनेरा है वो चानने तो जित रहा है, पर ऐसा नहीं हुंदा। जदों लम्मा चलदा झूठ थल्ले आ जाता है। इनू महाराज कहते ने, कूड़ निखुटे नानका ओढ़क सच रही। कूड़ निखुट जाता है, हमेशा जिहड़ी रहिंदी है वो सच्चाई रहिंदी है। इस करके गुरु जी एक कृपा करते ने मनुख की जिंदगी दे विच। हो सकता है हुण दूजी गल गुरबाणी विच ये भी जिक्र आया है, वो शरीर जिहड़ा है वो भी धन है जिथे हरि का नाम वसदा है। जिहड़े शरीर दे विच रब दी बंदगी है, वो शरीर दे कोल रहण वाले भी कहंदे देही किसकी बापरी पवित्र होए गोगरा। उहदे नेड़े तेड़े रहण वाले भी पवित्र हो जाते हैं। जिनी नाम ध्याया गए मशक्कत घाल, नानक ते मुख उजले केती छुटी नाल। जिहड़े शरीर दे अंदर रोज वाहिगुरु वाहिगुरु सतनाम जपिया जाता है, बार बार परमेश्वर की बंदगी हुंदी है, वो शरीर भी जिथे वसदा है वो थां पवित्र है। जिहड़े शरीर दे विच परमात्मा का नाम वसदा है, जे घट जिहड़े दिल दे विच परमात्मा की खिच है, वो शरीर भी पवित्र है। और वो इन्ना पवित्र हो जाता है, जे वो किसी नूं हथ ला के भी कोई असीस दे दे तो चढ़दी कला पूरी हो जाती है। गुरु अंगद साहब जी महाराज एडा प्रकाश सी महाराज जी का, कहते अखां नाल भी किसी नूं वेख लैंदे सी, रोगी नूं रोगी दा रोग दूर हो जाता सी। इन्नी बंदगी, इन्नी महाराज इन्नी सर्वोच्चम अवस्था हुंदी है गुरु की बंदगी। दा गल यह है, जे किते अखां नाल भी किसी नूं चंगी तरह वेख लिया, उहदा भला हो। गुरु नानक साहब जी महाराज कई कोड़ियां दे कोड़ दूर किते, जिन्हों हथ भी लाया उहदा कोड़ दूर हो गया। बाइबल असीं पढ़ते हाँ, जे मनुख बाइबल दे विच जिन्नियां स्टोरियां ने, क्योंकि सारियां स्टोरियां ही नहीं उहदे विच,
ਉਹਦੇ ਵਿੱਚ ਇਹ ਲਿਖਿਆ ਈਸਾ ਮਸੀਹ ਜਿਹਨੂੰ ਵੀ ਹੱਥ ਲਾਉਂਦਾ ਸੀ ਉਹਨੂੰ ਠੀਕ ਕਰ ਦਿੰਦਾ ਸੀ। ਕਿਉਂ? ਉਹਨੂੰ ਕਹਿੰਦੇ ਨੇ ਉਹ ਹੀਲਿੰਗ ਮੈਨ ਸੀ, ਹੱਥ ਨਾਲ ਹੀ। ਉਹਨੇ ਜਿਨ੍ਹਾਂ ਨੂੰ ਵੀ ਠੀਕ ਕੀਤਾ ਉਪਦੇਸ਼ ਨਾਲ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨਾਲ ਜ਼ਿਆਦਾ ਕੋਸ਼ਿਸ਼ ਕੀਤੀ ਹੈ। ਉਹ ਸਿਰਫ ਜਾਂ ਪੈਰ ਲਾਉਂਦੇ ਸਨ ਜਾਂ ਹੱਥ ਲਾਉਂਦੇ ਸਨ, ਠੀਕ ਹੋ ਜਾਂਦਾ ਸੀ। ਬਾਣੀ ਕਹਿੰਦੀ ਜਿਹੜੀ ਬੰਦਗੀ ਹੈ, ਬੰਦਗੀ ਕੋਈ ਵੀ ਕਰੇ ਉਹ ਇੰਨੀ ਉਹਦੇ ਵਿੱਚ ਸਮਰੱਥਾ ਆ ਜਾਂਦੀ ਹੈ। ਸੋ ਗੁਰੂ ਮਹਾਰਾਜ ਜੀ ਇਹ ਕਿਰਪਾ ਕਰਨ ਕਿਤੇ ਇਹ ਸਰੀਰ ਹੈ ਇਹ ਹਰਮੰਦਰ ਬਣ ਸਕੇ। ਹਰਮੰਦਰ ਇਹੋ ਸਰੀਰ ਹੈ, ਇਹ ਮਨ ਜਿਹੜਾ ਹੈ ਇਹ ਹੀ ਮੰਦਰ ਬਣ ਜਾਏ, ਇਹ ਹੀ ਉਹ ਥਾਂ ਬਣ ਜਾਏ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ। ਆਪਣੇ ਅੰਦਰ ਹੀ ਇਸ਼ਨਾਨ ਹੋਏ। ਉਹ ਇਸ਼ਨਾਨ ਕਦੋਂ ਹੋਏਗਾ? ਜਦੋਂ ਮਨ ਮੰਦਰ ਬਣੇਗਾ। ਚੰਗੇ ਵਿਚਾਰ ਇਹਦੇ ਅੰਦਰ ਉੱਠਣਗੇ, ਰੋਜ਼ ਰੋਜ਼ ਦੁਰਮਤ ਦੂਰ ਹੁੰਦੀ ਜਾਏਗੀ, ਮਾੜੇ ਵਿਚਾਰ ਜਾਂਦੇ ਰਹਿਣਗੇ ਆਪਣੇ ਆਪ ਹੀ। ਸਿਰਫ ਬੰਦਗੀ ਨੂੰ, ਜਿਵੇਂ ਅੱਗ ਨੂੰ ਲਾਉਣ ਦੀ ਲੋੜ ਹੈ, ਉਹਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਵੀ ਤੂੰ ਇਹਨੂੰ ਲੱਕੜਾਂ ਨੂੰ ਸਾੜ ਦੇ। ਜਿਹੜੀ ਜਿਹੜੀ ਵਿੱਚ ਆਈ ਜਾਣੀ ਹੈ ਸੜੀ ਆਪਣੇ ਆਪ ਹੀ ਜਾਣੀ ਹੈ। ਜਿਵੇਂ ਬਦਾਮ ਨੂੰ ਮਨੁੱਖ ਖਾਂਦਾ ਹੈ, ਉਹਨੂੰ ਕਹਿਣ ਦੀ ਲੋੜ ਨਹੀਂ ਵੀ ਤੂੰ ਮੇਰੇ ਅੰਦਰ ਸ਼ਕਤੀ ਬਣਾਈ, ਉਹ ਆਪਣੇ ਆਪ ਹੀ ਬਣਾ ਦਿੰਦਾ ਹੈ। ਜੇ ਮਨੁੱਖ ਕੋਈ ਨਸ਼ੇ ਵਾਲੀ ਚੀਜ਼ ਖਾਂਦਾ ਹੈ, ਉਹਨੂੰ ਖਾਣ ਦੀ ਲੋੜ ਹੈ, ਉਹਨੂੰ ਕਹਿਣਾ ਨਹੀਂ ਪੈਂਦਾ ਨਸ਼ਾ ਵੀ ਕਰੀ। ਇਸ ਕਰਕੇ ਨਾਮ ਨੂੰ ਜਪਣਾ ਪੈਂਦਾ ਹੈ, ਉਹਨੂੰ ਕਹਿਣ ਦੀ ਲੋੜ ਨਹੀਂ ਮੇਰੇ ਅੰਦਰੋਂ ਦੁਰਮਤ ਦੂਰ ਕਰੀ, ਦੂਰ ਆਪਣੇ ਆਪ ਹੀ ਕਰ ਦੇਣੀ। ਉਹ ਮੈਡੀਸਿਨ ਹੀ ਐਸੀ ਹੈ। ਉਹ ਨਾਮ ਮੈਡੀਸਿਨ ਹੀ ਐਸੀ ਹੈ। ਉਹਨੂੰ ਜਿਹੜਾ ਵੀ ਜਪਦਾ ਹੈ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਜਿਵੇਂ ਇੱਕ ਫਲ ਨੂੰ ਖਾਈਏ, ਅੰਬ ਨੂੰ ਖਾ ਲਿਆ, ਉਹਨੂੰ ਕਹਿਣ ਦੀ ਲੋੜ ਨਹੀਂ ਮੈਨੂੰ ਸਵਾਦ ਵੀ ਆਏ, ਆਪਣੇ ਆਪ ਆ ਜਾਣਾ, ਖਾਣ ਦੀ ਲੋੜ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਰਸਨਾ ਥਾਣੀ ਨਾਮ ਜਪ। ਉਹਨੂੰ ਨਾਮ ਜਪਦਿਆਂ ਕਹਿਣ ਦੀ ਲੋੜ ਨਹੀਂ ਮੇਰੇ ਦੁੱਖ ਵੀ ਦੂਰ ਕਰ, ਦੁੱਖ ਉਹਨੇ ਆਪਣੇ ਆਪ ਹੀ ਦੂਰ ਕਰ ਦੇਣੇ। ਮੈਡੀਸਿਨ ਹੀ ਐਸੀ ਹੈ। ਨਾਮ ਜਪਦਿਆਂ ਉਹਨੂੰ ਕਹਿਣ ਦੀ ਲੋੜ ਨਹੀਂ ਮੇਰੇ ਘਰ ਬਰਕਤਾਂ ਵੀ ਹੋਣ, ਉਹ ਆਪਣੇ ਆਪ ਹੀ ਆ ਜਾਣਗੀਆਂ। ਜਪਣ ਦੀ ਲੋੜ ਹੈ, ਉਹ ਮੈਡੀਸਿਨ ਹੀ ਐਸੀ ਹੈ। ਇਸੇ ਕਰਕੇ ਦੁਨਿਆਵੀ ਤੌਰ ਤੇ ਅਸੀਂ ਜਿਹੜੀਆਂ ਵੀ ਚੀਜ਼ਾਂ ਖਾਂਦੇ ਹਾਂ ਸਰੀਰ ਲਈ, ਸਾਨੂੰ ਉਹਨਾਂ ਦੀ ਵੈਲਿਊ ਪਤਾ ਹੈ। ਇਹਦੇ ਵਿੱਚ ਇੰਨੀ ਪਾਵਰ ਹੁੰਦੀ ਹੈ, ਇਹਦੇ ਵਿੱਚ ਇੰਨੀ ਪਾਵਰ ਹੁੰਦੀ ਹੈ। ਗੁਰਬਾਣੀ ਕਹਿੰਦੀ ਮਨੁੱਖ ਦੀ ਵਿਡੰਬਨਾ ਇਹ ਹੈ, ਰੱਬ ਦੇ ਨਾਮ ਵਿੱਚ ਅਨੰਤ ਪਾਵਰ ਹੈ, ਪਰ ਇਹਦਾ ਕਿਸੇ ਨੂੰ ਪਤਾ ਹੀ ਨਹੀਂ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਕੀਮਤ ਕੋਈ ਨਹੀਂ ਜਾਣਦਾ। ਸਾਧ ਸੰਗ ਕੀਮਤ ਦੇ ਉੱਤੇ ਆਪ ਜੀ ਮੈਂ ਵਾਰਤਾ ਸੁਣਾਵਾਂ। ਇਹਨੇ ਇੱਕ ਜ਼ਿਮੀਂਦਾਰ ਆਪਣੀ ਪੈਲੀ ਦੇ ਕੋਲ ਬਹਿ ਕੇ ਰੱਖਿਆ ਕਰਦਾ ਹੁੰਦਾ ਸੀ ਖੇਤ ਦੀ। ਪਕਸ਼ੀਆਂ ਤੋਂ ਬੀਜ ਬੀਜਿਆ ਸੀ। ਉਹਨੇ ਜਿਹੜੀ ਮਿੱਟੀ ਲਿਆਉਂਦਾ ਸੀ, ਨੇੜੇ ਇੱਕ ਨਹਿਰ ਸੀ, ਉਹਦੇ ਵਿੱਚੋਂ ਪੁੱਟਦਾ ਸੀ, ਪਾਣੀ ਪਾ ਕੇ ਉਹਦੇ ਗਲੇਲੇ ਬਣਾਉਣੇ ਤੇ ਉਹ ਮਾਰਨੇ ਪੰਛੀਆਂ ਨੂੰ। ਇੱਕ ਦਿਨ ਮਿੱਟੀ ਪੁੱਟਣ ਲਈ ਗਿਆ, ਥੱਲੋਂ ਉਹਨੂੰ ਇੱਕ ਗਾਗਰ ਲੱਗ ਪਈ। ਗਾਗਰ ਦੇ ਵਿੱਚ ਬੜੇ ਜ਼ਿਆਦਾ ਹੀਰੇ। ਉਹ ਸੋਚਦਾ ਲੈ ਅੱਜ ਬਣਾਉਣੇ ਨਹੀਂ ਪੈਣਗੇ, ਅੱਜ ਐਵੇਂ ਹੀ ਮਾਰਾਂਗਾ। ਲਿਆ ਕੇ ਦੇ ਪੰਛੀਆਂ ਨੂੰ ਮਾਰਦਾ ਹੈ। ਉਧਰੋਂ ਮਾਰੀ ਜਾਂਦਾ, ਇੱਧਰ ਨਦੀ ਸੀ, ਉਹ ਜਿੰਨੇ ਵੀ ਹੀਰੇ ਸੀ ਮਾਰਦਾ ਸੀ, ਜਾ ਕੇ ਨਦੀ ਵਿੱਚ ਡਿੱਗ ਪੈਂਦੇ ਸੀ। ਉਹ ਮਿੱਟੀ ਚੋਂ ਉਹਨੇ ਪੁੱਟ ਕੇ ਨਦੀ ਦੇ ਕੰਢੇ ਤੋਂ ਲਿਆਂਦਾ। ਨਦੀ ਚੱਲ ਰਹੀ ਸੀ, ਨਦੀ ਦੇ ਕੰਢੇ ਤੋਂ ਪੁੱਟ ਕੇ ਲਿਆਂਦਾ, ਗਾਗਰ ਲੱਭ ਪਈ। ਉਹ ਸੁੱਟੀ ਗਿਆ, ਹੀਰੇ ਜਾਂਦੇ ਰਹੇ। ਉਹਦੀ ਘਰ ਦੀ ਆਈ, ਉਹ ਲਾਸਟ ਸੀ, ਕਹਿੰਦੇ ਇਹ ਬੜਾ ਸੋਹਣਾ ਹੈ ਮੋਤੀ, ਕੀਮਤ ਉਹਨੂੰ ਵੀ ਨਹੀਂ ਪਤਾ। ਕਹਿੰਦੇ ਮੈਨੂੰ ਦੇ, ਮੈਂ ਆਪਣੇ ਬੱਚੇ ਦੇ ਗਲ 'ਚ ਪਾਵਾਂਗੀ। ਉਹ ਲੈ ਗਈ ਘਰ, ਬੱਚੇ ਦੇ ਗਲ 'ਚ ਪਾਇਆ। ਨਾਲ ਹੀ ਕਿਤੇ ਜੋਹਰੀਆਂ ਦਾ ਘਰ ਸੀ। ਉਹ ਜੋਹਰੀਆਂ ਦੇ ਘਰ ਬੱਚਾ ਕਿਤੇ ਗਿਆ, ਉਹ ਕਹਿੰਦਾ ਇਹ ਬੜਾ ਮਹਿੰਗਾ ਹੈ ਜਿਹੜਾ ਤੂੰ ਗਲ 'ਚ ਪਾਇਆ ਹੈ। ਕਹਿੰਦੇ ਇਹ ਤੇ ਮੇਰੇ ਡੈਡੀ ਨੂੰ ਲੱਭਿਆ ਉੱਥੋਂ। ਕਹਿੰਦੇ ਲੱਭਿਆ ਜਿੱਥੋਂ ਮਰਜ਼ੀ ਹੈ, ਪਰ ਹੈ ਬੜਾ ਮਹਿੰਗਾ ਹੈ। ਉਹਦੀ ਮਾਤਾ ਨੇ ਉਹਨੂੰ ਚੋਰੀ ਵੇਚ ਦਿੱਤਾ, ਕਈ ਲੱਖ ਦੋ ਜਿੰਨੇ ਦਾ ਵੀ ਗਿਆ। ਤਾਂ ਘਰ ਦਾ ਪੁੱਛਦਾ ਉਹ ਕਿੱਥੇ ਹੈ ਜਿਹੜਾ ਗਲ 'ਚ ਪਾਇਆ ਸੀ। ਕਹਿੰਦਾ ਉਹਨੇ ਮੈਂ ਵੇਚ ਦਿੱਤਾ, ਬੜਾ ਮਹਿੰਗਾ ਗਿਆ। ਉੱਥੇ ਹੀ ਸਿਰ ਤੇ ਹੱਥ ਧਰ ਕੇ ਬਹਿ ਗਿਆ। ਕਹਿੰਦਾ ਇਹ ਇੱਕ ਨਹੀਂ ਸੀ, ਇਹ ਤੇ ਪੂਰੀ ਗਾਗਰ ਭਰੀ ਹੋਈ ਸੀ। ਇਹ ਤੇ ਮੈਂ ਗਲੇਲ ਭਰ ਭਰ ਕੇ ਮਾਰਦਾ ਰਿਹਾ, ਉਹ ਤੇ ਨਦੀ 'ਚ ਡਿੱਗੇ ਨੇ ਸਾਰੇ। ਸਾਧ ਸੰਗਤ ਇਵੇਂ ਹੀ ਮਨੁੱਖ ਦਾ ਸਰੀਰ ਇੱਕ ਗਾਗਰ ਹੈ।
ਇਹ ਜਿਹੜੇ ਸਵਾਸ ਨੇ ਇਹਦੇ ਅੰਦਰ ਹੀਰੇ ਨੇ। ਮਨੁੱਖ ਮਾਰੀ ਜਾਂਦਾ ਕਾਹਦੇ ਲਈ? ਕਾਮ ਕ੍ਰੋਧ ਰੂਪੀ ਪੰਛੀਆਂ ਨੂੰ ਮਾਰੀ ਜਾਂਦਾ ਹੈ। ਉਹਨਾਂ ਦੇ ਨਾਲ ਹੀ ਕੰਮ ਕਰੀ ਜਾਂਦਾ, ਉਹ ਕੰਮ ਕਰੀ ਜਾਂਦਾ ਹੈ, ਉਹ ਸਾਰੇ ਦੇ ਸਾਰੇ ਖਤਮ ਹੋਈ ਜਾਂਦੇ ਨੇ। ਜਿਸ ਦਿਨ ਕਿਤੇ ਸਮਾਂ ਆਉਣਾ ਹੈ ਅੰਤ ਦਾ, ਇਹਨੇ ਹੱਥ ਫੜ ਲੈਣੇ ਨੇ ਸਿਰ ਨੂੰ। ਐਵੇਂ ਹੁੰਦਾ ਹੈ ਹਰੇਕ ਮਨੁੱਖ ਦੁਨੀਆ ਤੋਂ ਪਛਤਾ ਕੇ ਜਾਂਦਾ ਹੈ ਜਿਹਨੇ ਨਾਮ ਨਹੀਂ ਜਪਿਆ। ਯਾਦ ਰੱਖਣਾ ਸਾਧ ਸੰਗਤ, ਹਰੇਕ ਮਨੁੱਖ ਪਛਤਾ ਕੇ ਜਾਂਦਾ ਹੈ। ਹਜੇ ਨਹੀਂ ਨਾ ਇਹਨੂੰ ਪਤਾ। ਕਾਰਨ ਕੀ ਹੈ? ਹਜੇ ਨਦਾਨ ਹੈ ਨਾ। ਸਰੀਰ 80 ਸਾਲ ਦਾ ਹੋ ਸਕਦਾ ਹੈ, ਜ਼ਰੂਰੀ ਨਹੀਂ ਉਹ ਬਚਪਨਾ ਹੋਏ। ਗੁਰੂ ਦੇ ਅਨੁਸਾਰ ਤੇ ਬੱਚਾ ਹੀ ਹੁੰਦਾ ਹੈ ਮਨੁੱਖ। ਜਿਹਨੂੰ ਰੱਬ ਦੀ ਬੰਦਗੀ ਦੀ ਸਮਝ ਨਹੀਂ ਲੱਗੀ ਉਹ ਬਚਪਨ 'ਚ ਹੀ ਆ ਜੇ। ਦੁਨਿਆਵੀ ਤੌਰ ਤੇ ਕੰਮਕਾਰ ਦੀ ਸਮਝ ਲੱਗਣੀ ਇਹ ਬਚਪਨ ਦਾ ਟੁੱਟਣਾ ਨਹੀਂ ਹੈ। ਮਹਾਰਾਜ ਕਹਿੰਦੇ ਹਜੇ ਤਾਈਂ ਬਚਪਨ ਹੈ, ਜੇ ਰੱਬ ਦੇ ਨਾਂ ਦੀ ਸੋਝੀ ਨਹੀਂ ਲੱਗੀ, ਨਦਾਨੀ ਹਜੇ ਤਾਈਂ। ਇਹ ਗਾਗਰ ਹੈ, ਇਹਦੇ ਵਿੱਚ ਸਵਾਸ ਹੀਰੇ ਨੇ। ਇਹਨਾਂ ਹੀਰਿਆਂ ਨੂੰ ਗਵਾਈ ਜਾਂਦਾ ਹੈ, ਗਵਾਈ ਜਾਂਦਾ ਹੈ। ਜਿਸ ਦਿਨ ਅੰਤਮ ਬਚਣਾ ਹੈ ਉਸ ਦਿਨ ਇਹਨੇ ਸਿਰ ਫੜ ਲੈਣਾ ਹੈ। ਸਾਰੀ ਜ਼ਿੰਦਗੀ ਗਵਾਚ ਗਈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਨੇ, ਹਦਾਇਤ ਕਰਦੇ ਨੇ, ਜਬ ਲਗ ਜਰਾ ਲੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰਿੰਗ ਪਾਨੀ। ਇਹ ਮੇਰੇ ਮਨਾ, ਪਰਮੇਸ਼ਰ ਨੂੰ ਯਾਦ ਕਰ ਲੈ।